खून डोल साहिबा, खून डोल साहिबा हरा तय कराया। बेड़ा धर्म वाला जी डुबदा तै वेख के, बेड़ा धर्म वाला जी डुबदा वेख के, ओ मोटा लाके साहिबा पार तै लराया। बलिदान माता, वो बलिदान माता पिता दा कराया। दासां दी बेनती संगते, दासां दी बेनती संगते कद के कह जो वाहेगुरु। बहुत ही सत्कारयोग, बहुत ही शरधा नाल, प्रेम प्यार नाल मना हिरदियां दे अंदर भावना लैके झोलियां अड्डण लई, नतमस्तक होण लई गुरुद्वारा अंब साहब बहुत ही मुकद्दस पवित्र धरती जर्रियां दी ज़ियारत कर लई। सतवें पातशाह आप नारायण कला धार जग में परवरियो, निरंकार आकार जोत जग मंडल करियो, 16 कला संपूर्ण फलिया अंत कला होए ठाकर चढ़िया। आप अकाल पुरख वैगुरु सच्चे पातशाह जदों धरती ते मालकाप चल के आया, सच्चे पातशाह दा 7वें पातशाह दा प्रकाश पुरब मनाउण लई बहुत ही लाहा लैण वास्ते इन्हां पलां दा जिन्नियां भी संगतां इत्थे पंडाल च हाज़र ने ते जिथे तक भी आवाज़ पहुँच रही है हाज़री जरूर लवाओ, क्योंकि गुरु साहब ने बड़ियां बख्शिशां कीतियां, बड़ी किरपा की। सानू ऐसे शब्द वरते ने जिन्हां नाल साडा मन वैगुरु नाल ही जुड़िया रहे, किसी वेले भी वैगुरु तो दूर ना जावे। ऐसे शब्दां दी बख्शिश कीती है। एक वाह शब्द असीं बहुत वरतदे हां, अरबी भाषा का शब्द है। एक ऐसा शब्द है जिहड़ा असीं पहला तैयारी नाल नहीं कदे भी बोलते। असीं बाकी तकरीबन कित्थे किसे नूं मुखातमाउणा कुछ तैयारी कीती हुंदी आ भी ये शब्द असीं कहांगे, पर जिहड़ा वाह शब्द है ये तैयारी नहीं कीती हुंदी। अचानक साडी ज़बान ते कोई वैगुरू दी लीला तो इन्ने असीं अचरज हो जाने आ ते साडे मूहों निकलदा वाह। कोई ओदी कला, कोई ओदी बख्शिश, कोई ओदी दात, कोई ओदी वड्याई दी झलक साडे ते पैंदी है। ओदे किसे चमत्कार दी नूरानी जदों साडे मन दे उत्ते स्थिति बनदी आ तां जबान कहदी आ वाह, बे वाह तेरी कलम, वाह सच्चे पातशाह तेरी रचना, वाह तेरियां खेडां। ते इहदे नाल महाराज ने एक शब्द गुरु जोड़ता, बड़ा कीमती शब्द है, राखमा भी है नाल। ये नहीं बई जिथे मर्जी वरत लो। गुरु
ਗੂ ਦਾ ਮਤਲਬ ਆ ਹਨੇਰਾ, ਸੰਸਕ੍ਰਿਤ ਦਾ ਲਫ਼ਜ਼। ਰੂ ਦਾ ਮਤਲਬ ਹੈ ਪ੍ਰਕਾਸ਼। ਉਹ ਤਾਕਤ ਜਿਹੜੀ ਸਾਨੂੰ ਹਨੇਰੇ ਚੋਂ ਪ੍ਰਕਾਸ਼ ਵਿੱਚ ਲਿਆ ਸਕੇ, ਉਹ ਮਹਾਨ ਸ਼ਕਤੀ, ਉਹਦੇ ਲਈ ਗੁਰੂ ਲਫ਼ਜ਼ ਵਰਤਿਆ ਜਾਂਦਾ ਹੈ। ਇਸ ਲਈ ਅਸੀਂ ਇੱਕ ਵਧਾਈ ਵੀ ਦਿੰਦੇ ਹਾਂ ਤੇ ਰਾਹਤ ਵੀ ਬੜੀ ਮਹਿਸੂਸ ਹੁੰਦੀ ਹੈ ਕਿ ਆਪਾਂ ਆ ਮਨੁੱਖਾ ਜਨਮ ਮਹਾਰਾਜ ਨੇ ਸਾਨੂੰ ਮਸਾਂ ਬਖਸ਼ਿਆ, ਮਸਾਂ ਮਿਲਿਆ, ਪਤਾ ਨਹੀਂ ਕਿਵੇਂ ਮਿਲਿਆ, ਤੇ ਸਾਨੂੰ ਮਹਾਰਾਜ ਨੇ ਗੁਰੂ ਦੇ ਲੜ ਲਾਤਾ, ਗੁਰੂ ਦੇ ਲੜ ਲੱਗੇ ਹੋਏ ਆ। ਤੇ ਇਹ ਵੀ ਬੜੇ ਮਾਣ ਵਾਲੀ ਗੱਲ ਹੈ। ਅਸੀਂ ਸਾਰੀ ਦੁਨੀਆ ਦੇ ਜਿੰਨੇ ਵੀ ਪਾਕ ਪਵਿੱਤਰ ਮੁਕੱਦਸ ਗ੍ਰੰਥ ਨੇ ਉਹਨਾਂ ਦਾ ਸਤਿਕਾਰ ਵੀ ਕਰਦੇ ਆ, ਕਿਉਂਕਿ ਉਹਨਾਂ ਵਿੱਚ ਵੀ ਕੋਈ ਪ੍ਰਮਾਤਮਾ ਦੇ ਗੁਣ ਹੀ ਗਾਏ ਹੋਏ ਨੇ। ਕਰਦੇ ਆ ਸਤਿਕਾਰ, ਬਿਲਕੁਲ ਕਰਦੇ ਆ। ਪਰ ਇਸ ਧਰਤੀ ਤੇ ਜੇ ਗੁਰੂ ਸ਼ਬਦ ਕਿਸੇ ਗ੍ਰੰਥ ਦੇ ਨਾਲ ਲੱਗਿਆ ਹੋਇਆ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਲੱਗਿਆ ਹੋਇਆ, ਅੱਗੇ ਲੱਗਿਆ, ਹੋਰ ਕਿਤੇ ਨਹੀਂ। ਇਹਦਾ ਮਤਲਬ ਆਪਣੇ ਆਪ 'ਚ ਹੀ ਵਿਆਖਿਆ ਹੋ ਗਈ, ਆਪਣੇ ਆਪ 'ਚ ਹੀ ਵਿਆਖਿਆ, ਸ਼ਬਦ ਆਪ ਹੀ ਵਿਆਖਿਆ। ਵਿਆਖਿਆ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਹੀ ਨੇ ਜਿਹੜੇ ਕਿਸੇ ਦੇ ਅੰਦਰੋਂ ਵਹਿਮਾਂ ਭਰਮਾਂ ਦੀ, ਪਖੰਡਾਂ ਦੀ, ਜਾਤਾਂ ਪਾਤਾਂ ਦੀ, ਊਚ ਨੀਚ ਦੀ, ਆ ਧਰਮਾਂ ਦੀਆਂ ਬਣਾਈਆਂ ਵੱਟਾਂ ਦੀ, ਆ ਜਿਹੜੀਆਂ ਕੰਧਾਂ ਕੀਤੀਆਂ ਹੋਈਆਂ ਨੇ, ਇਹ ਸਾਰਿਆਂ ਦੀ ਇਹਨਾਂ ਦਾ ਉੱਤੋਂ ਦੀ ਟੱਪ ਕੇ ਸਿੱਧਾ ਬੰਦੇ ਨੂੰ ਪ੍ਰਮਾਤਮਾ ਨਾਲ ਜੋੜ ਦਿੰਦੇ ਨੇ ਤੇ ਅਕਾਲ ਪੁਰਖ ਪ੍ਰਮਾਤਮਾ ਦੀ ਜੋਤ ਹਰੇਕ ਦੇ ਅੰਦਰੋਂ ਵਿਖਾ ਦਿੰਦੇ ਨੇ। ਇਹ ਕੋਈ ਨਹੀਂ ਕਰ ਸਕਦਾ ਬਿਨਾਂ ਗੁਰੂ ਤੋਂ, ਕਿ ਸਾਰਿਆਂ 'ਚ ਹੀ ਵਾਹਿਗੁਰੂ ਦੀ ਜੋਤ ਹੈ। ਤੂੰ ਇਸੇ ਨਜ਼ਰ ਨਾਲ ਸਭ ਨੂੰ ਦੇਖਿਆ ਕਰ। ਇਹ ਬੁੱਧੀ, ਇਹ ਵਿਵੇਕ, ਇਹ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਲਿਆਂ ਨੂੰ ਆਉਂਦੇ ਨੇ। ਸੋ ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਅਸੀਂ ਲੜ ਲੱਗੇ ਹਾਂ। ਇਹ ਵੀ ਸਾਡੇ ਧੰਨ ਭਾਗ ਨੇ ਬਈ ਜਨਮ ਮਿਲਿਆ ਸੀ, ਗੁਰੂ ਦੇ ਲੜ ਵੀ ਲੱਗ ਗਏ। ਇਹ ਵੀ ਕਿਰਪਾ ਹੋਗੀ ਗੁਰੂ ਸਾਹਿਬ ਦੀ। ਤੇ ਜਦੋਂ ਆਪਾਂ ਫਤਿਹ ਬੁਲਾਉਂਦੇ ਆ ਤਾਂ ਬੜੀ ਕਿਰਪਾ ਹੁੰਦੀ ਆ। ਤੇ ਮਹਾਰਾਜ ਨੇ ਸਾਨੂੰ ਇਹ ਦੋਵੇਂ ਸ਼ਬਦ ਜੋੜ ਕੇ ਵਾਹ ਗੁਰੂ ਇਕੱਠੇ ਕਰਤੇ ਤੇ ਸਾਡਾ ਸੁਭਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਗੁਰੂ ਸਾਹਿਬ। ਬਈ ਤੇਰਾ ਵਾਹ ਕਹਿਣ ਨੂੰ ਦਿਲ ਕਈ ਵਾਰੀ ਕਰਦਾ ਹੀ ਆ, ਬਈ ਮੈਂ ਵਾਹ ਕਹਾਂ, ਕੋਈ ਖੁਸ਼ੀ, ਤੇਰਾ ਕੋਈ ਮਨ ਖੁਸ਼ੀ ਨਾਲ ਭਰਿਆ ਹੋਵੇ, ਖੇੜੇ ਨਾਲ ਭਰਿਆ ਹੋਵੇ, ਵਿਸਵਾਦ ਦੀ ਅਵਸਥਾ ਵਿੱਚ ਹੋਵੇ, ਕਿਉਂ ਨਾ ਤੂੰ ਵਾਹ ਗੁਰੂ ਨੂੰ ਕਿਹਾ ਕਰ। ਜੇ ਵਾਹ ਕਹਿਣਾ ਗੁਰੂ ਨੂੰ ਕਿਹਾ ਕਰ, ਤੂੰ ਸੁਭਾਅ ਬਣਾ ਲਾ ਵਾਹ ਗੁਰੂ ਨੂੰ ਕਿਹਾ ਕਰ, ਕਿਉਂਕਿ ਉਹਦੀ ਲੀਲਾ ਤਾਂ ਵਰਤੀ ਹੋਈ ਜਾਂਦੀ ਹੈ, 24 ਘੰਟੇ ਉਹਦੀ ਲੀਲਾ ਵਰਤਦੀ ਹੋ ਰਹਿੰਦੀ ਹੈ। ਇਸ ਕਰਕੇ ਸੁਭਾਅ ਬਣਾ ਲਾ ਵਾਹ ਵਾਹ ਗੁਰੂ ਨੂੰ ਕਰਿਆ ਕਰ। ਸੋ ਆਪਾਂ ਤਾਂ ਜਦੋਂ ਫਤਿਹ ਬੁਲਾਉਂਦੇ ਆ ਤਾਂ ਆਪਾਂ ਉਸੇ ਵੇਲੇ ਗੁਰੂ ਸਾਹਿਬ ਨੂੰ ਵਾਹ ਕਹਿ ਕੇ ਮਹਾਰਾਜ ਦੇ ਚਰਨਾਂ ਤੇ ਹਾਜ਼ਰੀ ਲਵਾ ਲੈਂਦੇ ਆ। ਸੋ ਇਸ ਲਈ ਮੈਂ ਆ ਦੋ ਚਾਰ ਗੱਲਾਂ ਕੀਤੀਆਂ ਨੇ ਬਈ ਜਿੱਥੇ ਕਿਤੇ ਆਵਾਜ਼ ਸੁਣਦੀ ਆ ਗੁਰੂ ਨੂੰ ਵਾਹ ਕਹਿ ਲਿਆ ਕਰੀਏ ਆਪਾਂ ਕਿ ਵਾਹ ਗੁਰੂ ਸੱਚੇ ਪਾਤਸ਼ਾਹ, ਵਾਹ ਤੁਹਾਡੀ ਕਿਰਪਾ। ਆ ਸਾਡੇ ਵਰਗਿਆਂ ਨੂੰ ਲਿਆ ਕੇ ਤੁਸੀਂ ਆਪਦੇ ਚਰਨਾਂ 'ਚ ਬਿਠਾ ਲਿਆ, ਅਸੀਂ ਤਾਂ ਵਾਹ ਹੀ ਕਹਿ ਸਕਦੇ ਹਾਂ, ਬਾਕੀ ਤਾਂ ਕੋਈ ਪਾਰਾਵਾਰ ਨਹੀਂ ਤੁਹਾਡੀ ਕਿਰਪਾ ਦਾ। ਸੋ ਇਸ ਲਈ ਸਾਰੇ ਫਤਿਹ ਬੁਲਾਓ, ਸਾਰੇ ਵਾਹ ਵਾਹ ਕਹੀਏ ਗੁਰੂ ਸਾਹਿਬ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਗੱਲਾਂ ਬੇਨਤੀ ਕਰਨੀ ਚਾਹੁੰਦੇ ਆ। ਇੱਕ ਤਾਂ ਸਿੱਖੀ ਦਾ ਪਹਿਲਾ ਲੈਸਨ ਆ, ਸਿੱਖੀ ਦਾ ਪਹਿਲਾ ਲੈਸਨ ਜਦੋਂ ਅਸੀਂ ਸਿੱਖੀ ਦੇ ਵਿੱਚ ਦਾਖਲ ਹੁੰਦੇ ਆ, ਪਹਿਲਾ ਲੈਸਨ ਕਿ ਮੈਂ ਨਹੀਂ ਕਹਿਣਾ ਕਿਤੇ ਇਹੋ ਜੀ ਗੱਲਾਂ ਦਿਮਾਗ 'ਚ ਆ ਜਾਵੇ, ਮੈਂ ਦਾ ਕੋਈ ਦਾਖਲਾ ਨਹੀਂ ਇੱਥੇ। ਉਹ ਕਿਉਂ ਨਹੀਂ ਕਹਿਣਾ? ਕਿਉਂਕਿ ਮੈਂ ਲਈ ਥਾਂ ਕਿੱਥੇ ਆ ਦੱਸੋ? ਕਿਸੇ ਨੇ ਕੀਤਾ ਕੀ ਆ ਵੀ ਉਹ ਮੈਂ ਕਹੇ? ਕੀ ਕੀਤਾ ਕਿਸੇ ਨੇ ਜਿਹੜਾ ਮੈਂ ਕਹੇ ਬੰਦਾ? ਜਨਮ ਕਿਹਨੇ ਦਿੱਤਾ? ਪ੍ਰਮਾਤਮਾ ਨੇ। ਆ ਗੁਫਾ ਦੇ ਵਿੱਚ ਸਾਹ ਕਿਹਨੇ ਧਰੇ? ਪ੍ਰਮਾਤਮਾ ਨੇ। ਹਰ ਜੀਓ ਗੁਫਾ ਅੰਦਰ ਆ ਕੇ ਵਾਜਾ ਪਾਵੜਾ ਵਜਾਇਆ। ਆ ਬੋਲਦੇ ਆ ਜਿਹੜਾ ਜ਼ਬਾਨ ਤੋਂ ਤੇ ਸ਼ਬਦ ਸੋਹਣੇ ਸੋਹਣੇ ਆਪਾਂ ਉਚਾਰਦੇ ਆ, ਇਹ ਕਿਹੜੇ ਇੰਜੀਨੀਅਰ ਨੇ ਸਾਨੂੰ ਇਹ ਸਾਰਾ ਕੁਝ ਫਿੱਟ ਕੀਤਾ ਸਾਡੇ ਅੰਦਰ? ਵਾਹਿਗੁਰੂ ਨੇ। ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ। ਤੇ ਤੰਦਰੁਸਤੀ ਕਿਹਨੇ ਦਿੱਤੀ ਹੈ? ਕੌਣ ਹੈ ਉਹ? ਡਾਕਟਰ ਮੇਰਾ ਵੈਦ ਗੁਰੂ ਗੋਬਿੰਦਾ। ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮ ਕੀ ਫੰਦਾ, ਉਹ ਵਾਹਿਗੁਰੂ। ਸਵਾਸ ਕਿਹਨੇ ਦਿੱਤੇ ਨੇ? ਜਿੰਨੇ ਕ ਲੈਣੇ ਨੇ, ਉਸ ਤੋਂ ਅਗਲਾ ਸਵਾਸ ਆ ਹੀ ਨਹੀਂ ਸਕਦਾ। ਹਰ ਜਪਦਿਆਂ ਖਿਨ ਢਿੱਲਦਾ ਕੀਜੇ ਮੇਰੀ ਜਿੰਦੜੀਏ, ਮੱਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ, ਉਹ ਵਾਹਿਗੁਰੂ ਨੇ ਦਿੱਤੇ ਨੇ।
ਕਿਸੇ ਦੁਕਾਨ ਤੇ ਜਾ ਕੇ ਕਹਿ ਦੋ ਮੈਂ ਆਪਣੀ ਜ਼ਮੀਨ ਦੀ ਰਜਿਸਟਰੀ ਦੇ ਦਿਆਂਗਾ ਤੈਨੂੰ, ਮੈਨੂੰ ਇੱਕ ਸਾਹ ਦੇ ਦੇ, ਕਿਸੇ ਦੀ ਸਮਰੱਥਾ ਨਹੀਂ। ਜਿੰਨਾ ਚਿਰ ਵਗਦੇ ਨੇ ਕੋਈ ਰੋਕ ਨਹੀਂ ਸਕਦਾ, ਜਦੋਂ ਲੜੀ ਟੁੱਟ ਗਈ ਉਹਨੂੰ ਵੀ ਕੋਈ ਰੋਕ ਨਹੀਂ ਸਕਦਾ। ਇਹ ਕੌਣ ਹੈ ਸੁਪਰੀਮ ਪਾਵਰ? ਤੇ ਬੰਦਾ ਕਹਿ ਦਵੇ ਮੈਂ ਦੱਸੋ ਕਿੱਥੇ ਆ, ਮੈਂ ਕੁਛ ਵੀ ਨਹੀਂ ਕੋਈ ਕਰ ਸਕਦਾ। ਮਹਾਰਾਜ ਨੇ ਕਿਹਾ ਅਣਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਕਿਸੇ ਨੂੰ ਆਹੀ ਹੋ ਜਵੇ ਮੈਂ ਸਮਾਧੀਆਂ ਬਹੁਤ ਲਾਉਣਾ, ਤਪੱਸਿਆ ਬਹੁਤ ਕਰਦਾ, ਮਨਾ ਕਰਤਾ ਮਹਾਰਾਜ ਨੇ। ਜੇ ਮਹਾਰਾਜ ਤੇਰੇ ਤੇ ਪ੍ਰਸੰਨ ਨੇ, ਇਹ ਵੀ ਤੂੰ ਤਾਂ ਹੀ ਕਰ ਰਿਹਾ ਹੈ, ਇਹ ਤਪੱਸਿਆ ਵੀ ਤਾਂ ਹੀ ਹੋ ਰਹੀ ਹੈ ਜੇ ਗੁਰੂ ਸਾਹਿਬ ਪ੍ਰਸੰਨ ਨੇ। ਕੋਟ ਕਰਮ ਕਰੇ ਹੋ ਧਾਰੇ, ਸ਼ਰਮ ਪਾਵੇ ਸਗਲੇ ਬਰਥਾਰੇ। ਸ਼ਰਮ ਲਫ਼ਜ਼ ਆ ਜਿਹੜਾ ਇਹ ਵੀ ਸੰਸਕ੍ਰਿਤ ਦਾ ਲਫ਼ਜ਼ ਹੈ। ਇਹਦਾ ਮਤਲਬ ਆ ਜਿਹੜੀ ਜੱਦੋ ਜਹਿਦ ਕਰਦੇ ਆ ਦਿਨ ਰਾਤ, ਜੇ ਕਰਦੇ ਆ ਤਾਂ ਹੀ ਪਰਮਾਤਮਾ ਕਰਾਉਂਦਾ, ਨਹੀਂ ਆਪਾਂ ਇਹ ਵੀ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ ਕਰੋੜਾਂ ਕਰਮ ਕਰਕੇ ਕਹਿਤਾ ਮੈਂ ਕੀਤੇ ਨੇ, ਤੇ ਤੇਰੀ ਸਾਰੀ ਜੱਦੋ ਜਹਿਦ ਨਿਫਲ ਹੈ। ਤੇ ਮਹਾਰਾਜ ਨੇ ਕਿਹਾ ਗੁਰਦੁਆਰੇ ਆਉਣਾ, ਪਾਠ ਕਰਦਾ, ਸਿਮਰਨ ਕਰਦਾ, ਉਹ ਬਣਾ ਕੇ ਮੈਂ ਕਰਦਾ, ਤੇਰੇ ਤੇ ਖੁਸ਼ ਹੀ ਇਹਨਾਂ ਨੇ ਮਹਾਰਾਜ ਤੈਨੂੰ ਆਪਦੀ ਗੋਦ ਚ ਬਿਠਾ ਕੇ ਤੇ ਆਪਦਾ ਸਿਮਰਨ ਕਰਵਾ ਰਹੇ ਨੇ। ਆਪ ਜਪਾਏ ਜਪੇ ਸੋ ਨਾਓ, ਆਪ ਗਵਾਏ ਸੋ ਹਰ ਗੁਣ ਗਾਓ। ਇੱਕ ਤਾਂ ਇਹ ਬੇਨਤੀ ਹੈ। ਇੱਕ ਬੇਨਤੀ ਇਹ ਆ ਤਰਕ ਨਹੀਂ ਦੇਣੀ, ਤਰਕ ਨੂੰ ਜੋੜਿਆਂ ਦੇ ਨਾਲ ਆਪਾਂ ਲਾ ਕੇ ਆਇਆ ਕਰੀਏ। ਇੱਥੇ ਤਰਕਾਂ ਕਿੱਥੇ ਰਹਿੰਦੀਆਂ ਨੇ? ਇਹ ਜਿਹੜੀ ਬੁੱਧੀ ਹੈ ਵਾਹਿਗੁਰੂ ਦੀ ਦਾਤ ਹੈ। ਆਪ ਆਪਣੀ ਬੁੱਧ ਹੈ ਜੇਤੀ, ਬਰਦ ਭੈਣ ਬੜਤ ਹੋਏ ਤੇਤੀ। ਇਹ ਉਹਨਾਂ ਕਹੀ ਕੁਝ ਸਮਝ ਸਕਦੀ ਹੈ ਜਿੰਨੀ ਕਿ ਖੇਡ ਵਰਤ ਰਹੀ ਹੈ, ਉਸ ਤੋਂ ਅੱਗੇ ਕੋਈ ਪਤਾ ਨਹੀਂ ਇਹਦੇ ਘਰ ਦੀਆਂ ਖੇਡਾਂ ਦਾ, ਇਹਦੀਆਂ ਦਾਤਾਂ ਦਾ। ਇੱਥੇ ਤਰਕ ਲਈ ਕੋਈ ਥਾਂ ਨਹੀਂ। ਜਿੱਥੇ ਤਰਕ ਆ ਗਈ ਤਾਂ ਫਿਰ ਉੱਥੇ ਪਿਆਰ ਨਹੀਂ। ਜਦੋਂ ਆਪਾਂ ਗੁਰਦੁਆਰਾ ਸਾਹਿਬ ਪਹਿਲੇ ਦਿਨ ਆਏ ਸੀ, ਯਾਦ ਕਰੋ ਕਿਹਦੇ ਨਾਲ ਆਏ ਸੀ? ਆਪਾਂ ਨੂੰ ਆਪਣੀ ਮਾਂ ਲੈ ਕੇ ਆਈ ਸੀ। ਹੁਣ ਵੀ ਮਾਂ ਲੈ ਕੇ ਆਈਆਂ ਨੇ ਬੱਚਿਆਂ ਨੂੰ, ਨਿੱਕੇ ਨਿੱਕਿਆਂ ਨੂੰ, ਛੋਟਿਆਂ ਨੂੰ, ਕਿਉਂਕਿ ਮਾਂ ਜਨਮ ਨਹੀਂ ਦਿੰਦੀ, ਮਾਂ ਕਰਮ ਵੀ ਦਿੰਦੀ ਹੈ। ਮਾਂ ਬੱਚੇ ਨੂੰ ਇਹ ਵੀ ਸਿੱਖਿਆ ਦਿੰਦੀ ਹੈ ਕਿ ਪੁੱਤਰ ਤੇਰਾ ਸਿਰ ਕਿੱਥੇ ਝੁਕਣਾ ਚਾਹੀਦਾ ਹੈ। ਪਹਿਲੇ ਦਿਨ ਆਪਣੀ ਸਾਰਿਆਂ ਦੀ ਮਾਂ ਆਪਾਂ ਨੂੰ ਗੁਰਦੁਆਰੇ ਲੈ ਕੇ ਆਈ ਸੀ। ਕੌਮੀ ਜ਼ਿੰਮੇਵਾਰੀ ਵੀ ਮਾਂ ਨੇ ਨਿਭਾਈ। ਇੱਕ ਇੱਥੇ ਸਿਰ ਆਪਣਾ ਗਰਦਨ ਤੋਂ ਫੜ ਕੇ ਥੱਲੇ ਲਾ ਕੇ ਹਜ਼ੂਰ ਦੇ ਚਰਨਾਂ ਦੇ ਵਿੱਚ ਮੱਥਾ ਟਿਕਾਇਆ ਸੀ ਆਪਣੀ ਮਾਂ ਨੇ। ਸਾਰੀ ਉਮਰ ਆਪਾਂ ਮੱਥਾ ਟੇਕਦੇ ਆ ਰਹੇ ਹਾਂ। ਜਦੋਂ ਤੋਂ ਮਾਂ ਨੇ ਮੱਥਾ ਟਿਕਾਤਾ ਆਪਾਂ ਮੱਥਾ ਟੇਕਦੇ ਆ ਰਹੇ ਹਾਂ। ਆਪਾਂ ਆਪ ਵੀ ਭੁੱਲ ਗਏ ਵੀ ਕਿੰਨੀ ਕੁ ਵਾਰੀ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ। ਪਰ ਇੱਕ ਬੇਨਤੀ ਆ, ਚਾਹੇ ਸਾਰੀ ਉਮਰ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ, ਪਰ ਜੇ ਖੱਟੇ ਦਾ ਛਿੱਟਾ ਡਿੱਗ ਪਿਆ, ਦੁੱਧ ਦਾ ਬਲਟੋਹਾ ਫਟ ਜੂ, ਜੇ ਡਾਊਟ ਹੋ ਗਿਆ ਫਿਰ ਵੀ ਇਸ ਮਹਾਰਾਜ ਤੇ, ਇਸ ਹਜ਼ੂਰ ਤੇ, ਇਸ ਅਕਾਲ ਪੁਰਖ ਪ੍ਰਮਾਤਮਾ ਤੇ, ਤਾਂ ਸਮਝ ਲਓ ਇੱਕ ਵਾਰੀ ਵੀ ਮੱਥਾ ਨਹੀਂ ਟੇਕਿਆ ਗਿਆ। ਕਿਤੇ ਕਿਸੇ ਨੇ ਤਰਕ ਹੀ ਦੇਤੀ ਗੁਰੂ ਸਾਹਿਬ ਦੇ ਖਿਲਾਫ, ਇਤਿਹਾਸ ਦੇ ਖਿਲਾਫ ਕਿਸੇ ਨੇ ਤਰਕ ਹੀ ਦੇਤੀ। ਆ ਅੰਬ ਸਾਹਿਬ ਦੀ ਜਿਹੜੀ ਘਟਨਾ ਕੌਤਕ ਪਵਿੱਤਰ ਵਰਤਿਆ, ਇਹਦੇ ਖਿਲਾਫ ਕੋਈ ਬੋਲ ਪਿਆ, ਤਾਂ ਫਿਰ ਜਿੱਥੇ ਤਰਕ ਆ ਗਈ ਗੁਰੂ ਦਾ ਪਿਆਰ ਕਿੱਥੋਂ ਰਹਿਣਾ? ਇੱਥੇ ਤਾਂ ਚਮਤਕਾਰ ਨੇ, ਇੱਥੇ ਤਾਂ ਰੱਬੀ ਖੇਡਾਂ ਵਰਤ ਰਹੀਆਂ ਨੇ। ਇੱਥੇ ਤਰਕ ਨਹੀਂ, ਜੋੜਿਆਂ ਦੇ ਨਾਲ ਲਾ ਕੇ ਆਉਣੀ ਚਾਹੀਦੀ ਆ ਤਰਕ। ਜਿੱਥੇ ਤਰਕਾ ਉੱਥੇ ਫਰਕਾ, ਜਿੱਥੇ ਫਰਕਾ ਉੱਥੇ ਨਰਕਾ, ਜਿੱਥੇ ਨਰਕਾ ਉੱਥੇ ਬੇੜਾ ਕਰਕ ਹੈ। ਇਹ ਕੱਢਿਆ ਆ ਮਹਾਂਪੁਰਖਾਂ ਦਾ ਅਰਕ ਹੈ। ਸਾਨੂੰ ਇਹ ਗੱਲ ਕਹਿਣ 'ਚ ਭੋਰਾ ਨਾ ਯਰਕ ਹੈ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰਕਾਂ, ਅਸੀਂ ਗੁਰੂ ਸਾਹਿਬ ਦੇ ਮਹਾਨ ਸਿਧਾਂਤ ਦੇ ਪ੍ਰਚਾਰਕਾਂ, ਉਹਨਾਂ ਦੇ ਮਹਾਨ ਇਤਿਹਾਸ ਦੇ ਪ੍ਰਚਾਰਕਾਂ। ਅਸੀਂ ਉਹ ਗੱਲ ਕਰੀਏ ਜਿਹੜੀ ਗੁਰੂ ਗ੍ਰੰਥ ਸਾਹਿਬ ਤੇ ਨੇਚਾ ਪੱਕਾ ਹੋ ਜਵੇ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ। ਪ੍ਰਗਟ ਗੁਰਾ ਕੀ ਦੇ ਜੋ ਪ੍ਰਭ ਕੋ ਮਿਲ ਬੋਚੈ ਖੋ ਸ਼ਬਦ ਮੈਂ ਲੈ। ਪਹਿਲੀ ਕਵਿਤਾ ਸੰਗਤਾਂ ਦੇ ਚਰਨਾਂ 'ਚ ਇਹ ਭੇਟ ਕਰ ਰਹੇ ਹਾਂ ਕਿ ਜਦੋਂ ਨੂਰਾਨੀ ਜੋਤ, ਇਲਾਹੀ ਜੋਤ, ਆਪ ਰੱਬ ਧਰਤੀ ਤੇ ਪ੍ਰਕਾਸ਼ਮਾਨ ਹੋਇਆ, ਸੱਤਵੇਂ ਪਾਤਸ਼ਾਹ ਬਾਬਾ ਗੁਰਦਿੱਤਾ ਜੀ ਦੇ ਘਰ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ 6ਵੇਂ ਪਾਤਸ਼ਾਹ ਦੇ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ, ਉਹਨਾਂ ਦੇ ਘਰ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਨਿਹਾਲ ਕੌਰ ਜੀ ਦੀ ਪਵਿੱਤਰ ਕੁੱਖ ਤੋਂ 1630 ਈਸਵੀ ਦੇ ਵਿੱਚ ਜਿਸ ਪਾਤਸ਼ਾਹ ਦੇ ਅੱਜ ਗੁਰਪੁਰਬ ਤੇ ਸਾਲ ਬਾਅਦ ਸਿੱਖੀ ਦਾ ਲਾਇਸੈਂਸ ਰੀਨਿਊ ਕਰਾਉਣ ਆਏ ਆ, ਉਸ ਗੁਰੂ ਦੇ
ਧਰਤੀ ਤੇ ਤਸ਼ਰੀਫ ਲਿਆਉਣ ਦਾ ਇਤਿਹਾਸ ਆਲਮਗੀਰੀਆ ਢਾਡੀ ਜੱਥਾ ਇੰਜ ਪੇਸ਼ ਕਰਦਾ। ਕੀਰਤਪੁਰ ਵਿੱਚ ਪ੍ਰਗਟੇ ਸਤਵੇਂ ਹਰ ਰਾਏ, ਕੀਰਤਪੁਰ ਵਿੱਚ ਪ੍ਰਗਟੇ ਸਤਵੇਂ ਹਰ ਰਾਏ। ਸਤਿਗੁਰ ਨਾਨਕ ਦੇਵ ਦੀ ਹੈ ਖੇਡ ਨਿਰਾਲੀ, ਜਿਹਦੇ ਦਰ ਤੋਂ ਕਦੇ ਨਾ ਕੋਈ ਮੁੜਿਆ ਖਾਲੀ। ਹੋ ਇੱਕੋ ਰੱਬੀ ਜੋਤ ਨੇ 10 ਰੂਪ ਬਟਾਏ, ਕੀਰਤਪੁਰ ਵਿੱਚ ਪ੍ਰਗਟੇ ਸਤਵੇਂ ਹਰ ਰਾਏ। ਪੁੱਤਰ ਛੇਵੇਂ ਗੁਰਾਂ ਦਾ ਬਾਬਾ ਗੁਰ ਦਿੱਤਾ, ਤੁਰ ਦਰਗਾਹੋਂ ਜਨਮ ਸੀ ਉਹਦੇ ਕਰ ਦਿੱਤਾ। ਹੋ ਲੱਟ ਲੱਟ ਬਲਦੀ ਅੱਗ ਨੂੰ ਉਹ ਠਾਰਨ ਆਏ, ਕੀਰਤਪੁਰ ਵਿੱਚ ਪ੍ਰਗਟੇ ਸਤਵੇਂ ਹਰ ਰਾਏ। ਧੰਨ 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 ਨਿਹਾਲ ਕੌਰ ਉਹ ਪਿਆਰੀ ਮਾਤਾ, ਰੂਪ ਪਾਲ ਦਾ ਧਾਰ ਕੇ ਝੋਲੀ ਵਿੱਚ ਪਾਤਾ। ਜਿਸ ਦੀ ਪਿਆਰੀ ਕੱਖ ਨੂੰ ਆਤਾਰਨ ਆਏ, ਕੀਰਤਪੁਰ ਵਿੱਚ ਪ੍ਰਗਟੇ ਸਤਵੇਂ ਹਰ ਰਾਏ। ਦਲ ਭੰਜਨ ਗੁਰ ਸੂਰਮੇ, ਬਈ ਦਲ ਭੰਜਨ ਗੁਰ ਸੂਰਮੇ। ਦਲ ਭੰਜਨ ਗੁਰ ਸੂਰਮੇ ਦੇ ਬਣ ਕੇ ਪੋਤੇ, ਭਵ ਜਲ ਵਿੱਚੋਂ ਕੱਢ ਲੈ ਜੋ ਖਾਂਦੇ ਗੋਤੇ। ਹੋ ਆਪੇ ਪੁਰਖ ਕਾਲ ਨੇ ਘਾਤਕ ਵਰਤਾਏ, ਕੀਰਤਪੁਰ ਵਿੱਚ ਪ੍ਰਗਟੇ ਸਤਵੇਂ ਹਰ ਰਾਏ। ਨਾਲ ਕਿਸੇ ਦੇ ਈਰਖਾ ਨਾ ਕਰਦੇ ਫੱਕਰ, ਜਬਰ ਜ਼ੁਲਮ ਦੇ ਸੰਗ ਹੈ ਸਿੱਖੀ ਦੀ ਟੱਕਰ। ਹੋ ਕਰਕੇ ਕਿਰਪਾ ਰੋਂਦਿਆਂ ਨੂੰ ਫੇਰ ਹਸਾਏ, ਕੀਰਤਪੁਰ ਵਿੱਚ ਪ੍ਰਗਟੇ ਸਤਵੇਂ ਹਰ ਰਾਏ। ਉਹ ਹੋਇਆ ਦਰਦ ਆਕਾਸ਼ ਤੇ, ਹੋਈਆਂ ਦਰਦ ਆਕਾਸ਼ ਤੇ ਸੀ ਜੈ ਜੈਕਾਰਾਂ। ਪਤਝੜ ਪਿੱਛੋਂ ਆ ਗਈਆਂ ਸੀ ਫੇਰ ਬਹਾਰਾਂ। ਉਹ ਪਰੀਆਂ ਨੇ ਵੀ ਆਣ ਕੇ ਸੀ ਮੰਗਲ ਗਾਏ, ਕੀਰਤਪੁਰ ਵਿੱਚ ਪ੍ਰਗਟੇ ਸਤਵੇਂ ਹਰ ਰਾਏ। ਅਤਿਆਚਾਰ ਕਮਾਵਦੇ ਕਲਯੁਗ ਦੇ ਰਾਜੇ, ਬੰਦੇ ਇੱਕ ਸਮਾਨ ਨੇ ਸਭ ਰੱਬ ਨੇ ਸਾਜੇ। ਓਏ ਹੋ ਗੱਲ ਸਮਝਾਉਣ ਨੂੰ ਹਨ ਫੇਰੇ ਪਾਏ, ਕੀਰਤਪੁਰ ਵਿੱਚ ਪ੍ਰਗਟੇ ਸਤਵੇਂ ਹਰ ਰਾਏ। ਟੇਕਣਗੇ ਸਭ ਆਣ ਕੇ ਚਰਨਾਂ ਤੇ ਮੱਥੇ, ਮਹਿਮਾ ਥੋਡੀ ਗਾਉਣਗੇ ਸਭ ਢਾਡੀ ਜੱਥੇ। ਉਹ ਲੱਖਾਂ ਆਲਮਗੀਰੀਆ ਕੌਤਕ ਵਰਤਾਏ, ਕੀਰਤਪੁਰ ਵਿੱਚ ਪ੍ਰਗਟੇ ਸਤਵੇਂ ਹਰ ਰਾਏ। ਕੀਰਤਪੁਰ ਵਿੱਚ ਪ੍ਰਗਟੇ ਸਤਵੇਂ ਹਰ ਰਾਏ। ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਜਿਹੜਾ ਨੇਚਾ ਧਰ ਕੇ ਆਉਂਦਾ ਤੇ ਗੁਰੂ ਸਾਹਿਬ ਪਹਿਲਾਂ ਹੀ ਉਹਦੇ ਦਿਲ ਦੀ ਬੁੱਝ ਲੈਂਦੇ ਨੇ, ਕਿਉਂਕਿ ਮਾਲਕ ਅੰਦਰ ਵਸਦਾ ਹੈ। ਘਾਟ ਘਾਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। एक एक की पीर पछान है, घट घट के पट पट की जान है। क्योंकि इत्थे गुरु नानक देव जी महाराज तो सानू एक महान ताकत
ਦੇ ਲੜ ਵੀ ਲਾਇਆ ਗਿਆ, ਸੋਝੀ ਵੀ ਬਖਸ਼ੀ ਗਈ ਹੈ ਕਿ ਉਹਦਾ ਬਣ ਜਾ, ਤੈਨੂੰ ਕਿਤੇ ਦਰ ਦਰ ਜਾਣ ਦੀ ਲੋੜ ਨਹੀਂ, ਸਭ ਉਹ ਤੋਂ ਥੱਲੇ ਨੇ, ਉਹਦੇ ਹੁਕਮ ਵਿੱਚ ਨੇ, उसे तो मंगया कर, उसे अगे झुकया कर। जहां सर ना झुके उसे दर नहीं कहते, जो दर दर झुक जाए उसे सर नहीं कहते। क्योंकि जिहड़ा शरीर है ये है तो बहुत बड़ी नेमत वाहिगुरू दी, परमात्मा दी, क्योंकि ये मिलिया बड़ा किरपा दे नाल। गुरु साहब ने लिस्ट जारी की भैया देखो किन्नियां जूनियां, हुण जो कुछ बाणी च लिखिया है वो तो आपां स्वीकार करना सिर झुका के। ये मिलियां ने जूनियां, कई जन्म पै कीट पतंगा, कई जन्म गज मीन कुरंगा, कई जन्म पंखी सरप होयो, कई जन्म हैवर बरख जोयो, मिल जगदीश बिल्ड की बरिया, चरण काले दे संजरिया, कई जन्म सैलगर करया, कई जन्म गर्भ है खड़िया, कई जन्म साह कर पाया, लख 84 जोन भरमाया। गल गुरु ग्रंथ साहब दे अंदरों हो रही है, इस करके सिर झुकाउणा चाहिए कि सच्चे पातशाह जन्म दा ओला हो गया, सानू नहीं पता सी किहड़े जन्मां च सी, पर तुसीं सोझी बख्शती वे तू सीगा जन्मां दे विच, ते तैनूं मनुखा जन्म नाल नवाजिया महाराज ने। कदर कर इस गुरु साहब दी किरपा दी, इस बख्शिश दी। कई कोट पताल के वासी, कई कोट नरक सुरगन वासी, कई कोट जन्मै जीवै मरै, कई कोट बोझो नहीं फिरै, कई कोट बैठते ही खाए, कई कोट घालै थक पाए, कई कोट कीए धर्मांत, कई कोट माया में चिंत, जह जह भाणा तह तह राखे, नानक सब प्रभ कै हाथे। बहुत बड़ी किरपा सच्चे पातशाह दी। ते महाराज ने कहा भाई ओनू ही तू बनना, ਉਹਦੇ ਨਾਲ ही असीं तैनूं जोड़न आए हैं, क्योंकि ये सवाल एक हुंदा ही रहा हमेशा भी गुरु कौन हो सकता। गुरु आप पहला भी बेनतियां कीतियां ने भी जिहड़ा हनेरे चों प्रकाश विच लिया सके हो ही हो सकता। सो गुरु नानक देव जी नूं भी समेर पहाड़ ते सिद्धा ने पूछा तुहाडा गुरु कौन है। कवण मूल कवण मत बेला, कवण गुरु किसका तू चेला। ये सवाल होया, बड़ा विज्ञानक सवाल है, क्योंकि मन दे अंदर बंदे दे ये जरूर लड़ाई चलती रहिंदी आ बई मैनू कोई डाउट ना होवे, मैनू स्पष्ट होवे कि गुरु कौन है। ते महाराज कहते सिद्धो शक है कोई, सवाल करदे हो कोई शक है तुहानू। आपां कहने आ पानी दा गिलास लियाओ, ते कोई रब दा प्यारा लिया दिंदा आपां नूं पानी दा गिलास, आपां कहने बस ठीक है पानी मिल गया पी लिया। पर जिहड़ा गुरमुख आ शुकराने च उस वेले भज जाता है, उहदा सिर शुकराने च झुक जाता। सच्चे पातशाह पानी मंगया मगरवा पहला ही साफ पानी आ गया। सच्चे पातशाह तू स्टाक करके रखिया, तू पुड़ पुड़ के भेजिया, ते मैं मंगया मेरी प्यास बुझाती। सच्चे पातशाह मैं कित्थों ये प्यास बुझाउणी सी जे तू ना मैनू पुड़ पुड़ के भेजदा। ये पवित्र ये अकाल पुरख परमात्मा की दात। ते फिर वो कौन है? गुरु साहब ने अपना मन केंद्रित किया इस गल ते बई उही है वाहिगुरू जिहड़ा अपना उदों भी फिक्र करदा जदों आपां नूं सोझी नहीं हुंदी भी किहड़ी गल दा मैं भला कर सकदा, किहड़ी गल दा बुरा हो सकदा। सानूं समत तक नहीं हुंदी, उदों भी गुरु साहब नूं पता हुंदा साडा, क्योंकि बच्चे दा भला बुरा माँ पछाणदी है, क्योंकि बच्चे का भला बुरा उहदे माँ बाप नूं पता हुंदा। इस करके महाराज ने सच्चे पातशाह ने उन्होंने कहा भी शाका तुहानूं कोई तुसीं आ पुछदे हो भी गुरु कौन आ हवा किहने पैदा की। ते जे हवा पैदा की साह चलन लगे असमाधियां ला लिया के पहाड़ां ते महाराज कहंदे पावन आरंभ सतगुर मत बेला, शब्द गुरु सुरत धुन चेला। पहला नारा सिੱਖੀ ਦਾ कि भाई शब्द गुरु आ। शब्द उदों भी सीगा जदों कुछ भी नहीं सी, शब्द उदों भी आऊ जदों कुछ भी नहीं आऊगा। शब्द सदा ही टल है। जिहड़ा शरीर है यह एक थां ते हो सकता है, अज आ खड़ा है दूजी थां ते नहीं मिलना, एक थां ते हो सकता है। ते जिहड़ा शब्द है वह सर्व व्यापक है, जिथे मर्जी दर्शन कर लो। ये जिहड़ा शरीर है एक काल च हो सकता है, केते आखै आखड़ पाए, केते कह के उठ उठ जाए, एते कीते होर करे तां आख ना सकै। कई के किन्ने ही शरीर पहला होए ने, किन्ने या हुण इत्थे दुनिया दे विच ने, किन्ने होणगे। ये तां एक काल च ने।
ਜਿਹੜਾ ਭੂਤਕਾਲ 'ਚ ਆ ਉਹ ਅੱਜ ਨਹੀਂ ਹੈਗਾ, ਵਰਤਮਾਨ 'ਚ ਜਿਹੜਾ ਵਰਤਮਾਨ 'ਚ ਆ ਉਹਦੇ ਭਵਿੱਖ 'ਚ ਨਹੀਂ ਹੋਣਾ। ਸਰੀਰ ਇੱਕ ਜਗ੍ਹਾ ਤੇ ਆ, ਸਰੀਰ ਇੱਕ ਸਮੇਂ 'ਚ ਆ, ਪਰ ਪ੍ਰਮਾਤਮਾ ਸਰਬਕਾਲੀ ਹੈ, ਸ਼ਬਦ ਗੁਰੂ ਸਰਬਕਾਲੀ ਹੈ। ਸੀਗਾ ਵੀ, ਹੈਗਾ ਵੀ, ਹੋਵੇਗਾ ਵੀ। ਤੀਜੀ ਗੱਲ, ਸਰੀਰ ਦੀ ਮੌਤ ਆ, ਜਿਹੜਾ ਮਰਜੀ ਹੋਵੇ ਮੌਤ ਹੋ ਜਾਣੀ ਆ। ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਬਾਟੀ ਬਾਟੀ ਹੋਈ ਇੱਕ ਰੋਬਣ ਹਰ ਇੱਕ ਕਬਰਨ ਟੇਕ, ਇਹਦੀ ਮੌਤ ਹੋ ਜਾਣੀ ਹੈ। ਪਰ ਸ਼ਬਦ ਗੁਰੂ ਸਦੀਵੀ ਹੈ, ਇਸ ਕਰਕੇ ਮਨ ਪੱਕਾ ਕਰ ਲੈਣਾ ਚਾਹੀਦਾ ਵੀ ਮੈਂ ਸਦੀਵੀ ਦੇ ਲੜ ਲੱਗਾ, ਜਿਹੜਾ ਸਾਰੇ ਕਾਲਾਂ 'ਚ ਵਰਤਦਾ, ਸਾਰੇ ਥਾਵਾਂ ਤੇ ਵਰਤਦਾ ਤੇ ਸਦਾ ਹੀ ਰਹੂਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੰਪਾਦਨਾ ਦਿਵਸ ਵੀ ਸੰਗਤ ਮਨਾਊਗੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੰਪੂਰਨਤਾ ਦਿਵਸ ਵੀ ਸੰਗਤ ਮਨਾਊਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ ਵੀ ਸੰਗਤ ਮਨਾਊਗੀ। ਪਰ ਇਸ ਧਰਤੀ ਤੇ ਆਪਾਂ ਹੋਈਏ ਨਾ ਹੋਈਏ, ਪਰ ਇੱਥੇ ਵਿਸ਼ਵਾਸ ਨਾਲ ਖੜੇ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਕਦੇ ਜੋਤੀ ਜੋਤ ਦਿਵਸ ਨਹੀਂ ਇੱਥੇ ਆਉਣਾ ਇਸ ਧਰਤੀ ਦੇ ਉੱਤੇ। ਸੋ ਮਹਾਰਾਜ ਨੇ ਸਮੇਂ ਸਮੇਂ ਆਹੀ ਗੱਲ ਸਾਨੂੰ ਪੱਕੇ ਕੀਤਾ ਕਿ ਤੂੰ ਉਹ ਫਰਜ਼ ਪੂਰਾ ਕਰ ਜਿਹੜਾ ਤੈਨੂੰ ਧਰਤੀ ਤੇ ਮਹਾਰਾਜ ਨੇ ਭੇਜਿਆ, ਤੇ ਇੱਕ ਤੂੰ ਆਪਦੇ ਗੁਰੂ ਦੇ ਉੱਤੇ ਨਿਹਚਾ ਰੱਖ। ਵੇਖੋ ਚਮਤਕਾਰ ਵਰਤਿਆ, ਕਵਿਤਾ ਆ ਤੁਹਾਡੇ ਸਾਹਮਣੇ ਰੱਖਣ ਲੱਗੇ ਆ। ਪੰਜ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਕਾਬਲ ਦੀ ਸੰਗਤ ਨੇ ਅੰਬ ਭੇਟ ਕੀਤੇ, ਅੰਬ ਭੇਟ ਕੀਤੇ, ਮਹਾਰਾਜ ਨੇ ਭੇਟਾ ਪ੍ਰਵਾਨ ਕਰ ਲਈ, ਕਿਉਂਕਿ ਸਿੱਖ ਤਾਂ ਉਹਦਾ ਦਿੱਤਾ ਉਹਦੇ ਅਰਪਣ ਕਰਦਾ ਹੈ, ਕੋਲ ਤਾਂ ਕੁਝ ਨਹੀਂ ਹੁੰਦਾ। ਜੇ ਮਾਲੀ ਦਾ ਬਾਗ ਹੋਵੇ, ਮਾਲੀ ਦਾ ਫੁੱਲ ਹੋਵੇ, ਮਾਲੀ ਦੇ ਹੱਥ ਹੋਣ, ਤੇ ਮਾਲੀ ਦਾ ਬੰਦਾ ਮਾਲੀ ਦੇ ਬਾਗ ਚੋਂ ਮਾਲੀ ਦੇ ਦਿੱਤੇ ਹੱਥਾਂ ਨਾਲ ਮਾਲੀ ਦਾ ਫੁੱਲ ਤੋੜ ਕੇ ਮਾਲੀ ਮੂਹਰੇ ਹੀ ਧਰ ਦੇਵੇ, ਇਹਦਾ ਵਿੱਚ ਕੀ ਹੈ? ਇਹ ਤਾਂ ਇੱਕ ਆਪਦੀ ਨਿਰਮਾਣਤਾ ਵਿਖਾਉਂਦਾ ਸੱਚੇ ਪਾਤਸ਼ਾਹ ਮੈਂ ਪ੍ਰਵਾਨ ਕਰਦਾ ਵੀ ਸਭ ਤੁਹਾਡੀਆਂ ਦਾਤਾਂ ਨੇ, ਮੇਰੀ ਸੇਵਾ ਪ੍ਰਵਾਨ ਕਰੋ। ਇਹ ਤਾਂ ਇੱਕ ਨਿਮਰਤਾ ਤੇ ਨਿਰਮਾਣਤਾ ਲੈ ਕੇ ਆਇਆ। ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ, ਤੇਰਾ ਤੁਧ ਕੋ ਸੌਂਪਤੇ ਕਿਆ ਲਾਗੇ ਮੇਰਾ। ਤੇ ਗੁਰੂ ਸਾਹਿਬ ਨੇ ਭਾਈ ਉਹ ਅੰਬਾਂ ਦਾ ਪ੍ਰਸ਼ਾਦ ਪ੍ਰਵਾਨ ਕਰ ਲਿਆ। ਉੱਥੇ ਬੈਠਾ ਸੀ ਆਹ ਧਰਤੀ ਦਾ ਇੱਕ ਗੁਰੂ ਦਾ ਪਿਆਰਾ ਸਿੱਖ ਭਾਈ ਕੂਰਮ, ਤੇ ਮਹਾਰਾਜ ਨੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਤਾਂ ਉਹ ਅੰਬ ਜਿਹੜੇ ਬੜੇ ਸਤਿਕਾਰ ਨਾਲ ਸੰਗਤਾਂ ਨੇ ਭੇਟ ਕੀਤੇ, ਉਹ ਸੰਗਤ ਨੂੰ ਵਰਤਾ ਦਿੱਤੇ। ਸੱਚੇ ਪਾਤਸ਼ਾਹ ਨੇ ਸੰਗਤ ਨੂੰ ਵਰਤਾ ਦਿੱਤੇ। ਇਹ ਭਾਈ ਕੂਰਮ ਦੇ ਮਨ ਦੇ ਵਿੱਚ ਇੱਕ ਖਿਆਲ ਆ ਗਿਆ, ਕਿਉਂਕਿ ਫੁਰਨਾ ਗੁਰੂ ਸਾਹਿਬ ਆਪੇ ਹੀ ਲਿਆਉਂਦੇ ਹੁੰਦੇ ਨੇ। ਜਿਹੜਾ ਆਪਣਾ ਮਨ ਆ ਇਹ ਆਪਾਂ ਤੋਂ ਤਕੜਾ ਮਨ ਆ, ਮਨ ਹੀ ਲਈ ਫਿਰਦਾ ਜਿੱਧਰ ਨੂੰ ਦੁਨੀਆ ਤੁਰੀ ਫਿਰਦੀ ਹੈ। ਪਹਿਲਾਂ ਮਨ 'ਚ ਹੀ ਆਉਂਦਾ, ਫੇਰ ਹੀ ਬੰਦਾ ਉਸ ਪਾਸੇ ਨੂੰ ਜਾਂਦਾ ਹੈ। ਪਰ ਮਨ ਨੂੰ ਗੁਰੂ ਸਾਹਿਬ ਕਾਬੂ ਕਰ ਸਕਦੇ ਨੇ, ਕਿਉਂਕਿ ਗੁਰੂ ਸਾਹਿਬ ਨੇ ਮਨ ਰੱਖਿਆ ਸਾਡੇ ਸਰੀਰ ਦੇ ਵਿੱਚ। ਤੇ ਮਹਾਰਾਜ ਨੇ ਸਾਨੂੰ ਹੁਕਮ ਕੀਤਾ, ਅਰਦਾਸ ਕਰਿਆ ਕਰ ਮਨ ਤੇਰਾ ਗੁਰੂ ਸਾਹਿਬ ਦੇ ਚਰਨਾਂ 'ਚ ਰਹੇ, ਤੇ ਫਿਰ ਜਿੱਧਰ ਨੂੰ ਜਾਵੇਂਗਾ ਚੜ੍ਹਦੀ ਕਲਾ ਹੀ ਹੋਊਗੀ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਤੇ ਮਹਾਰਾਜ ਨੇ ਆਪੇ ਹੀ ਸਾਰੀ ਬਣਤ ਬਣਾਈ, ਆਪੇ ਹੀ ਸਾਰੀ ਖੇਡ ਰਚੀ। ਹੁਣ ਜੇ ਉਹਦੇ ਮਨ ਦੇ ਵਿੱਚ ਭਾਈ ਕੂਰਮ ਦੇ, ਜਿਹੜਾ ਪਿੰਡ ਲੰਬਿਆਂ ਹੁੰਦਾ ਸੀ, ਇੱਥੋਂ ਦਾ ਵਾਸੀ ਸੀ, ਜੇ ਉਹਦੇ ਮਨ ਦੇ ਵਿੱਚ ਆਹ ਫੁਰਨਾ ਨਾ ਆਉਂਦਾ, ਸੰਗਤ ਜੀ ਉਹੀ ਬੇਨਤੀ ਬਾਰ-ਬਾਰ ਕਰ ਰਹੇ ਆ, ਫਿਰ ਅੰਬ ਸਾਹਿਬ ਗੁਰਦੁਆਰਾ ਕਿੱਥੋਂ ਹੁੰਦਾ? ਇੱਥੇ ਇੱਕ ਫੁਰਨਾ ਆਇਆ ਸੀ ਨਾ, ਅੱਜ ਅੰਬ ਸਾਹਿਬ ਦੇ ਦਰਸ਼ਨ ਹੋ ਰਹੇ ਨੇ। ਕਿੱਥੋਂ ਚਰਨ ਪਾਉਂਦੇ ਮਹਾਰਾਜ? ਇੱਥੇ ਸਾਰੀ ਸੈਟਿੰਗ ਗੁਰੂ ਸਾਹਿਬ ਦੀ ਆਪ ਦੀ ਆ। ਹਾਂ, ਵਡਿਆਈ ਪਤਾ ਨਹੀਂ ਕਿਹਨੂੰ ਦੇ ਦਿੰਦੇ ਨੇ। ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦਾ ਹੈ ਵਡਿਆਈਆਂ, ਅਣ ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਜਿਓ। ਫੁਰਨਾ ਆਇਆ, ਕਹਿੰਦਾ ਵੀ ਮੈਂ ਅੰਬਾਂ ਦੇ ਦੇਸ਼ ਦੇ ਵਿੱਚੋਂ ਆਇਆ, ਬਈ ਮੈਂ ਤਾਂ ਕੁਛ ਵੀ ਨਹੀਂ ਲਿਆ ਸਕਿਆ, ਇਹ ਅੰਬ ਕਾਬਲ ਦੀ ਸੰਗਤ ਨੇ ਭੇਟ ਕੀਤੇ ਨੇ। ਉਹ ਅੰਬ ਜਿੱਥੇ ਉਹਦਾ ਵਾਸਾ ਸੀ, ਜਿੱਥੇ ਉਹਦੀ ਰਿਹਾਇਸ਼ ਸੀ, ਉੱਥੇ ਲੈ ਗਿਆ। ਸਵੇਰੇ ਉੱਠਿਆ, ਸਾਰੀ ਰਾਤ ਮਨ 'ਚ ਇਹੀ ਰਿਹਾ, ਸੱਚੇ ਪਾਤਸ਼ਾਹ ਮੈਨੂੰ ਤਾਂ ਹੁਣ ਆਹੀ ਹੁਕਮ ਕਰ ਦਿਓ, ਇਹ ਅੰਬ ਮੈਂ ਛਕਣਾ ਨਹੀਂ, ਇਹੀ ਭੇਟਾ ਕਰੂੰਗਾ। ਇਸ਼ਨਾਨ ਕੀਤਾ, ਅੰਬ ਦਾ ਵੀ ਇਸ਼ਨਾਨ ਕਰਾਇਆ, ਤੇ ਲਿਆ ਕੇ ਉਹ ਅੰਬ ਮਹਾਰਾਜ ਦੇ ਚਰਨਾਂ 'ਚ ਰੱਖਤਾ। ਉਹ ਨਹੀਂ ਬੋਲਿਆ, ਗੁਰੂ ਸਾਹਿਬ ਪਹਿਲਾਂ ਹੀ ਬੋਲ ਪਿਆ। ਆਪਾਂ ਪਹਿਲਾਂ ਵੀ ਗੱਲ ਕੀਤੀ ਆ ਬਈ ਆਪਾਂ ਘਰੋਂ ਤੁਰ ਲੱਗਦੇ ਆ, ਗੁਰੂ ਸਾਹਿਬ ਨੂੰ ਪਹਿਲਾਂ ਪਤਾ ਹੁੰਦਾ ਵੀ ਮੇਰਾ ਪੁੱਤ ਮੇਰੀ ਧੀ
ਚੱਲ ਪਏ ਮੇਰੀ ਗੋਦ ਵੱਲੋਂ। ਪਹਿਲਾਂ ਪਤਾ ਹੁੰਦਾ ਮਹਾਰਾਜ ਨੂੰ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਨਹੀਂ ਥਾਈ ਤਾਂ ਪਾਓ ਕਿਹਾ ਕਾੜਾ ਜੀਓ। ਕਿਉਂਕਿ ਤਾਰਾਂ ਜੁੜੀਆਂ ਹੁੰਦੀਆਂ ਨੇ, ਜਿੰਨਾ ਚਿਰ ਛੇਕ ਨਹੀਂ ਪੈਂਦੇ ਉਹਨਾਂ ਚਿਰ ਤਾਰ ਨਹੀਂ ਜੁੜਦੀ, ਜਿੰਨਾ ਚਿਰ ਤਾਰ ਨਹੀਂ ਜੁੜਦੀ ਉਹਨਾਂ ਚਿਰ ਮਸਤੀ ਨਹੀਂ ਆਉਂਦੀ, ਜਿੰਨਾ ਚਿਰ ਮਸਤੀ ਨਹੀਂ ਆਉਂਦੀ ਉਹਨਾਂ ਚਿਰ ਮਲਾਪ ਨਹੀਂ ਹੁੰਦਾ। ਤਾਰਾਂ ਜੁੜ ਗਈਆਂ ਤੇ ਮਹਾਰਾਜ ਕਹਿੰਦੇ ਪਿਆਰਿਆ ਇਹ ਅੰਬ ਛਕਣ ਨੂੰ ਦਿੱਤਾ ਸੀ। ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਆਪੇ ਹੀ ਜਾਣਦੇ ਹੋ, ਜਾਣੀ ਜਾਣੋ। ਮਹਾਰਾਜ ਕਹਿੰਦੇ ਤੇਰੀ ਭਾਵਨਾ ਪਿਆਰਿਆ, ਉਹ ਭਾਈ ਕੂਰਮ ਤੇਰੀ ਭਾਵਨਾ ਸਾਡੇ ਕੋਲੇ ਪਹੁੰਚ ਗਈ। ਤੇਰੇ ਅੰਬ ਦਾ ਪ੍ਰਸ਼ਾਦ ਜਾ ਕੇ ਅਸੀਂ ਤੇਰੀ ਧਰਤੀ ਦੇ ਉੱਤੇ ਹੀ ਪ੍ਰਵਾਨ ਕਰਾਂਗੇ, ਤੇਰੀ ਧਰਤੀ ਤੇ ਆ ਕੇ ਛਕਾਂਗੇ। ਤੇ ਗੁਰੂ ਸਾਹਿਬ ਨੇ ਸੱਚੇ ਪਾਤਸ਼ਾਹ ਨੇ 7ਵੇਂ ਜਾਮੇ ਦੇ ਬਚਨ ਕਰਤੇ। ਉਹ ਕਿਵੇਂ ਹੋਏ ਬਚਨ? ਕਿਉਂਕਿ ਵਿਆਖਿਆ ਤਾਂ ਕਰ ਦੋ ਅਸਮਰਥ ਹੁੰਨੇ ਆਪਾਂ। ਕਾਓ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜਿੱਥੇ ਨਾ ਵਿਆਖਿਆ ਹੋ ਹੀ ਨਾ ਸਕੇ, ਉਹ ਆ ਗੁਰੂ ਦਾ ਆਨੰਦ। ਇਹ ਜਿਹੜਾ ਆਨੰਦ ਹੈ ਇਹਨੂੰ ਭਾਈ ਮਾਣਿਆ ਜਾ ਸਕਦਾ, ਬਿਆਨਿਆ ਨਹੀਂ ਜਾ ਸਕਦਾ। ਇਹਨੂੰ ਮਾਣਿਆ ਜਾ ਸਕਦਾ, ਮਾਣ ਰਹੇ ਆਪਾਂ। ਆਪਣਾ ਮਨ ਵੀ ਉਹ ਸੇਵਕ ਦੇ ਨਾਲ ਜੁੜਿਆ ਹੋਇਆ ਕਿ ਉਹ ਸੇਵਕ ਨੇ ਜਿਹੜੀ ਭਾਵਨਾ ਲੈ ਕੇ ਮਹਾਰਾਜ ਦੇ ਦਰਸ਼ਨ ਕੀਤੇ। ਸੱਚੇ ਪਾਤਸ਼ਾਹ ਸਾਨੂੰ ਵੀ ਕੂਰਮ ਵਰਗੀ ਭਾਵਨਾ ਬਖਸ਼ ਦਿਓ। ਅਰਦਾਸਾਂ ਤਾਂ ਹੀ ਹੋ ਰਹੀਆਂ ਨੇ। ਤੇ ਮਹਾਰਾਜ ਕਹਿੰਦੇ ਭਾਈ 7ਵੇਂ ਜਾਮੇ ਦੇ ਵਿੱਚ ਤੇਰੇ ਆਪ ਦੇ ਇਲਾਕੇ ਦੇ ਵਿੱਚ ਉਸ ਧਰਤੀ ਤੇ ਆ ਕੇ ਜਿੱਥੇ ਭਾਈ ਤੂੰ ਵਸਨੀਕ ਹੈ, ਇਹ ਤੇਰਾ ਅੰਬ, ਇਹ ਤੇਰੀ ਸੇਵਾ ਅਸੀਂ ਪ੍ਰਵਾਨ ਕਰਾਂਗੇ, ਅੰਬ ਛਕਾਂਗੇ। ਇੱਥੇ ਦਰਸ਼ਨ ਕਰਿਓ ਗੁਰੂ ਸਾਹਿਬ ਦੇ ਆਪਦੇ ਪਿਆਰੇ ਸੇਵਕ ਭਾਈ ਕੂਰਮ ਦੇ ਨਾਲ ਇੰਜ ਬਚਨ ਹੋ ਰਹੇ ਹਨ। ਹੋ ਮਨੋ ਕਾਮਨਾ ਪੂਰਨ ਹੋਵੇ, ਜਾਗੜ
ਇੱਥੇ ਢੋਈ ਉਹ 24 ਘੰਟੇ ਰਹੇ ਬਰਸਦਾ ਅੰਮ੍ਰਿਤ ਚਾਰ ਸਪੇਰੇ ਸਤਵੇਂ ਜਾਮੇ ਅੰਦਰ ਆ ਕੇ ਅੰਬ ਛਕਾਂਗੇ ਤੇਰੇ ਦੁੱਖ ਭੰਜਨੀ ਬੇਰੀ ਕੱਟਦੀ 84 ਦੀ ਬਾਜੀ ਅੰਮ੍ਰਿਤ ਜਲ ਵਿੱਚ ਗੋਤਾ ਲਾ ਕੇ ਪਿੰਗਲੇ ਹੋ ਗਏ ਰਾਜੀ ਉਹ ਗੁਰ ਚਰਨਾਂ ਦੇ ਭੌਰੇ ਆਉਂਦੇ ਕੱਟ ਕੇ ਪੰਦਲ ਮੇਰੇ ਸਤਵੇਂ ਜਾਮੇ ਅੰਬ ਛਕਾਂਗੇ ਤੇਰੇ ਤੇਰੇ ਮਨ ਵਿੱਚ ਅੰਬ ਛਕਾਉਣ ਦੀ ਤੇਰੇ ਮਨ ਵਿੱਚ ਅੰਬ ਛਕਾਉਣ ਦੀ ਅੰਬ ਛਕਾਉਣ ਦੀ ਜਾਗੀ ਅੱਜ ਪ੍ਰੀਤੀ ਤਾਈਓ ਤੈ ਅਰਦਾਸ ਬੇਨਤੀ ਗੁਰ ਚਰਨਾਂ ਵਿੱਚ ਕੀਤੀ ਆਲਮਗੀਰ ਹਰ ਰਾਏ ਜੀ ਆਪ ਪਾਉਣਗੇ ਫੇਰੇ ਸਤਵੇਂ ਜਾਮੇ ਅੰਦਰ ਆ ਕੇ ਅੰਬ ਛਕਾਂਗੇ ਤੇਰੇ ਸਤਵੇਂ ਜਾਮੇ ਅੰਦਰ ਆ ਕੇ ਅੰਬ ਛਕਾਂਗੇ ਤੇਰੇ ਗੁਰੂ ਸਾਹਿਬ ਨੇ ਪ੍ਰਤੱਖ ਕਿਹਾ ਵੀ ਪ੍ਰਤੱਖ ਹੈ ਪ੍ਰਗਟ ਰੂਪ ਦੇ ਵਿੱਚ ਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਜਿੱਥੇ ਗਾਈ ਗਈ ਅੱਜ ਸੰਸਾਰ ਨਤਮਸਤਕ ਹੋ ਰਿਹਾ ਹੈ ਪੌਣ ਪਾਣੀ ਤੇ ਮਿੱਟੀ ਤੇ ਜੰਗਲਾਂ 'ਚ ਬੀਆਬਾਨਾਂ 'ਚ ਨਿਸ਼ਾਨ ਸਾਹਿਬ ਝੁਲ ਰਹੇ ਨੇ ਕਿਉਂਕਿ ਬਾਣੀ ਗਾਈ ਸੀ ਗੁਰੂ ਦੀ ਗੁਰੂ ਸਾਹਿਬ ਨੇ ਗੁਰੂ ਦੇ ਪਿਆਰਿਆਂ ਨੇ ਜਿੱਥੇ ਗਾਈ ਗਈ ਅੱਜ ਉੱਥੇ ਸੰਸਾਰ ਮੱਥੇ ਟੇਕ ਰਿਹਾ ਉਹਨਾਂ ਧਰਤੀਆਂ ਤੇ ਸਾਰਾ ਸੰਸਾਰ ਝੁਕਦਾ ਹੈ ਐਡੀ ਵੱਡੀ ਬਰਕਤ ਹੈ ਇਸੇ ਕਰਕੇ ਮਹਾਰਾਜ ਕਹਿੰਦੇ ਭਾਈ ਬਾਣੀ ਦੇ ਲੜ ਲੱਗੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ 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 ਗੁਰੂ ਨਿਸਤਾਰੇ ਪ੍ਰਤੱਖ ਹੈ ਬਾਣੀ ਕਲਾਮ ਹੈ ਬਾਣੀ ਇਲਹਾਮ ਹੈ ਬਾਣੀ ਨਾਮ ਹੈ ਬਾਣੀ ਜਾਪ ਹੈ ਬਾਣੀ ਉਦੇਸ਼ ਹੈ ਬਾਣੀ ਸੰਦੇਸ਼ ਹੈ ਬਾਣੀ ਉਪਦੇਸ਼ ਹੈ ਬਾਣੀ ਅਰਦਾਸ ਹੈ ਬਾਣੀ ਧਰਵਾਸ ਹੈ ਬਾਣੀ ਵਿਸ਼ਵਾਸ ਹੈ ਬਾਣੀ ਪਿਆਰ ਹੈ ਬਾਣੀ ਖੁਬਾਰ ਹੈ ਬਾਣੀ ਪਰਵਤਕਾਰ ਹੈ ਬਾਣੀ ਰਾਗ ਹੈ ਬਾਣੀ ਬਰਾਗ ਹੈ ਬਾਣੀ ਤਿਆਗ ਹੈ ਬਾਣੀ ਜਤ ਹੈ ਬਾਣੀ ਸਤ ਹੈ ਬਾਣੀ ਮਾਂ ਹੈ ਬਾਣੀ ਬਾਪ ਹੈ ਬਾਣੀ ਜਪ ਹੈ ਜਾਣੀ ਬਾਣੀ ਜਾਪ ਹੈ ਬਾਣੀ ਪੁਰਖ ਕਾਲ ਹੀ ਆਪ ਹੈ ਇਹ ਬਾਣੀ ਧੁਰ ਕੀ ਹੈ ਇਹ ਬਾਣੀ ਗੁਰ ਕੀ ਹੈ ਇਹ ਧੁਰੋਂ ਆਈ ਹੈ ਗੁਰੂਆਂ ਗਾਈ ਹੈ ਉਹ ਆਲਮਗੀਰੀਆ ਇਹ ਜਿਹਨੇ ਜਾਣੀ ਹੈ ਗੁਰੂ ਬਾਣੀ ਹੈ ਗੁਰੂ ਬਾਣੀ ਹੈ ਤੇ ਮਹਾਰਾਜ ਨੇ ਖੁਦ ਗੁਰੂ ਸਾਹਿਬ ਨੇ ਕਿਸੇ ਤਾਕਤ ਅੱਗੇ ਸਿਰ ਨਹੀਂ ਝੁਕਾਇਆ ਤੇ ਜੇ ਗੁਰੂ ਸਾਹਿਬ ਦਾ ਆਪ ਦਾ ਸਿਰ ਵੀ ਝੁਕਿਆ ਤਾਂ ਸ਼ਬਦ ਗੁਰੂ ਅੱਗੇ ਬਾਣੀ ਅੱਗੇ ਝੁਕਿਆ ਅਕਾਲ ਪੁਰਖ ਅੱਗੇ ਝੁਕਿਆ ਮਹਾਰਾਜ ਦਾ ਪਵਿੱਤਰ ਸੀਸ ਤੇ ਇਸ ਲਈ ਜੋ ਹੁਕਮ ਹੋ ਗਏ ਉਹ ਜੁਗੋ ਜੁਗ ਟਲ ਨੇ ਉਹਨਾਂ ਨੂੰ ਕੋਈ ਤਬਦੀਲ ਨਹੀਂ ਕਰ ਸਕਿਆ ਆਪਾਂ ਪ੍ਰਤੱਖ ਦੇਖਣਾ ਤਾਂ ਤੁਸੀਂ ਦੇਖੋ ਬਈ ਵਿਗਿਆਨ ਵੀ ਬੜਾ ਅੱਜ ਤਰੱਕੀ ਕਰ ਗਿਆ ਹੋਰ ਵੀ ਹੋ ਰਹੀ ਹੈ ਆ ਨੈਟ ਆ ਜਾਲ ਵਿਛ ਗਿਆ ਮੀਡੀਏ ਦਾ ਬੜਾ ਕੁਝ ਅੱਜ ਸੰਸਾਰ 'ਚ ਵੇਖਣ ਨੂੰ ਮਿਲ ਰਿਹਾ ਕਿੰਨਾ ਦੁਨੀਆ ਨੂੰ ਆਸਾਨ ਹੋ ਗਿਆ ਬੜਾ ਕੁਝ ਹੋ ਗਿਆ ਮੈਡੀਕਲ ਸਾਇੰਸ ਵੀ ਖੋਜਾਂ ਤੇ ਖੋਜਾਂ ਕਰ ਰਹੀ ਹੈ ਇੱਥੋਂ ਤੱਕ ਆ ਵੀ ਬੰਦੇ ਦੇ ਸਰੀਰ ਦੇ ਅੰਗ ਬਦਲ ਰਹੇ ਨੇ ਡਾਕਟਰ ਇੱਕ ਦੇ ਸਰੀਰ 'ਚੋਂ ਕੱਢ ਕੇ ਦੂਜੇ ਸਰੀਰ 'ਚ ਟ੍ਰਾਂਸਪਲਾਂਟ ਕਰ ਰਹੇ ਨੇ ਆਪਾਂ ਵੇਖ ਰਹੇ ਹਾਂ ਆ ਸਾਰਾ ਕੁਝ ਦਿਲ ਕੱਢ ਕੇ ਦੂਜੇ 'ਚ ਪਾ ਦਿੰਦੇ ਨੇ ਅੱਖਾਂ ਕੱਢ ਕੇ ਦੂਜੇ 'ਚ ਪਾ ਦਿੰਦੇ ਨੇ ਕਈ ਵਾਰੀ ਅੱਖਾਂ ਕੱਢ ਕੇ ਦੂਜੇ 'ਚ ਕੋਈ ਦਾਨ ਕਰ ਜਾਂਦਾ ਕੋਈ ਗੁਰੂ ਦਾ ਪਿਆਰਾ ਤੇ ਜਿਹੜਾ ਬੰਦਾ ਅੱਖਾਂ ਦਾਨ ਕਰਕੇ ਚਲਿਆ ਜਾਂਦਾ ਹੈ ਜਿਹਨੂੰ ਅੱਖਾਂ ਦਾਨ ਕੀਤੀਆਂ ਨੇ ਉਹ ਕਈ ਵਾਰੀ ਉਹਦੇ ਭੋਗ ਤੇ ਆ ਜਾਂਦਾ ਬੰਦੇ ਦੀਆਂ ਆਪ ਦੀਆਂ ਅੱਖਾਂ ਆਪਦਾ ਹੀ ਭੋਗ ਪੈਂਦਾ ਵੇਖਦੀਆਂ ਨੇ ਕਿਡਨੀਆਂ ਗੁਰਦੇ ਦਿਲ ਸਭ ਬਦਲੇ ਜਾ ਰਹੇ ਨੇ ਅੱਖਾਂ ਪਰ ਆਪਾਂ ਗੱਲ ਗੁਰੂ ਦੀ ਕੀਤੀ ਜਦੋਂ ਆਪਾਂ ਆਰੰਭ ਕੀਤਾ ਗੁਰੂ ਸਾਹਿਬ ਤੋਂ ਕੀਤਾ ਬਈ ਪਰ ਗੁਰੂ ਸਾਹਿਬ ਕੋਲੇ ਸਾਨੂੰ ਆਉਣਾ ਪੈਣਾ ਜੇ ਨਾ ਆਏ ਤਾਂ ਮਨੁੱਖਾ ਜਨਮ ਦੀ ਬਾਜੀ ਹਾਰ ਜਾਾਂਗੇ ਕਿਉਂਕਿ
ਡਾਕਟਰ ਬੰਦੇ ਦੇ ਸਰੀਰ ਦੇ ਅੰਗ ਬਦਲ ਸਕਦੇ ਨੇ, ਬੰਦੇ ਦੇ ਵਿਚਾਰ ਨਹੀਂ ਬਦਲ ਸਕਦੇ, ਬੰਦੇ ਦੀ ਸੋਚ ਨਹੀਂ ਬਦਲ ਸਕਦੇ, ਬੰਦੇ ਦਾ ਮਨ ਨਹੀਂ ਬਦਲ ਸਕਦੇ। ਇਸ ਧਰਤੀ ਦੇ ਉੱਤੇ ਮਨ ਟ੍ਰਾਂਸਪਲਾਂਟ ਕਰਨ ਵਾਲਾ ਡਾਕਟਰ ਕਦੇ ਪੈਦਾ ਨਹੀਂ ਹੋ ਸਕੇਗਾ। ਮੰਨ ਲਓ ਡਾਕਟਰਾਂ ਨੇ ਕਿਸੇ ਚੋਰ ਦਾ ਇਲਾਜ ਕਰਤਾ, ਉਹ ਚੋਰ ਦੇ ਇਲਾਜ ਕਰਕੇ ਉਹਨੂੰ ਛੁੱਟੀ ਦੇਤੀ, ਤੇ ਜਦੋਂ ਚੋਰ ਠੀਕ ਹੋ ਜਾਊਗਾ ਵੀ ਹੁਣ ਮੈਂ ਠੀਕ ਹਾਂ, ਉਹ ਜਿੰਨਾ ਸਮਾਂ ਬਾਕੀ ਰਹਿ ਗਿਆ ਚੋਰੀਆਂ ਕਰੂਗਾ। ਪਰ ਚੋਰ ਦਾ ਸੁਭਾਅ ਨਹੀਂ ਬਦਲ ਸਕੇ ਡਾਕਟਰ, ਚੋਰ ਦੇ ਵਿਚਾਰ ਨਹੀਂ ਬਦਲ ਸਕੇ, ਚੋਰ ਦਾ ਮਨ ਨਹੀਂ ਬਦਲ ਸਕੇ। ਪਰ ਜਿਹੜਾ ਗੁਰੂ ਸਾਹਿਬ ਦੇ ਚਰਨਾਂ 'ਚ ਆ ਗਿਆ, ਡਾਕਟਰ ਬੰਦੇ ਦੇ ਸਰੀਰ ਦੇ ਅੰਗ ਬਦਲ ਦਿੰਦੇ ਨੇ, ਗੁਰੂ ਸਾਹਿਬ ਪੂਰੇ ਦਾ ਪੂਰਾ ਬੰਦਾ ਹੀ ਬਦਲ ਦਿੰਦੇ ਨੇ, ਬੰਦਾ ਹੀ ਬਦਲ ਦਿੰਦੇ ਨੇ। ਜੇ ਚੋਰੀ ਕਰਕੇ ਆਇਆ ਤਾਂ ਸੇਵਾ ਕਰਨ ਲਈ ਜਾਊਗਾ, ਜੇ ਪਾਪ ਕਰਕੇ ਆਇਆ ਤਾਂ ਧਰਮੀ ਬਣ ਕੇ ਜਾਊਗਾ, ਜੇ ਨਸ਼ਿਆਂ ਦੇ ਵਿੱਚ ਡੁੱਬ ਗਿਆ ਅੰਮ੍ਰਿਤ ਦਾ ਭਲਾਖੀ ਬਣਾ ਕੇ ਤੋੜ ਦਿੰਦੇ ਨੇ, ਜੇ ਕਾਲਾ ਕਾਂ ਆ ਗਿਆ ਇੱਕ ਚੁੰਝ ਭਰ ਲਵੇ ਹੰਸ ਬਣ ਕੇ ਉੱਡ ਜਾਂਦਾ ਹੈ, ਤੇ ਜੇ ਪਾਪੀ ਆ ਗਿਆ ਤਾਂ ਉਹ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੋ ਜਾਂਦਾ ਹੈ, ਸੇਵਾਦਾਰ ਬਣਾ ਕੇ ਮੋੜ ਦਿੰਦੇ ਨੇ। ਇਸ ਕਰਕੇ ਗੁਰੂ ਸਾਹਿਬ ਕੋਲ ਆ ਕੇ ਜੋ ਮਿਲਦਾ ਉਹ ਕਿੰਨੀ ਤਰੱਕੀ ਹੋਈ ਜਾਵੇ, ਤਰੱਕੀ ਵੀ ਹੁਕਮ 'ਚ ਹੀ ਹੋ ਰਹੀ ਹੈ, ਪਰ ਆਪਾਂ ਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਜ਼ਰੂਰ ਆਉਣਾ ਪੈਂਦਾ। ਪੀ ਕੇ ਇੱਕ ਵਾਰੀ ਮੁੜ ਕੇ ਉਤਰੇ ਨਾ, ਅੱਜ ਐਸਾ ਕੋਈ ਜਾਮ ਪਲਾ ਸਾਕੀ, ਬੇਹੋਸ਼ੀ ਜਲ ਵਿੱਚੋਂ ਕੱਢ ਮੈਨੂੰ, ਮੁੜ ਕੇ ਹੋਸ਼ ਦੇ ਵਿੱਚ ਲਿਆ ਸਾਕੀ, ਨਗਮਾ ਨਮਾ ਕੋਈ ਪਿਆਰ ਦਾ ਛਿੜ ਜਾਵੇ, ਕੋਈ ਅੰਦਰ ਨਹੀਂ ਤਾਰ ਹਲਾ ਸਾਕੀ, ਚਰਨ ਚਾੜ ਦੇ ਅੱਜ ਕੋਈ ਨਸ਼ਾ ਐਸਾ ਜਿਹੜਾ ਗੁਰੂ ਨੂੰ ਦੇਵੇ ਮਿਲਾ ਸਾਕੀ। ਗੁਰੂ ਦੇ ਚਰਨਾਂ ਦੇ ਨਾਲ ਮਿਲਾਪ ਹੋ ਜਾਵੇ, ਆ ਮੰਗਣਾ ਆ ਮਹਾਰਾਜ ਦੇ ਚਰਨਾਂ 'ਚ। ਕੋਈ ਬੈਠ ਨਾ ਰਹੇ ਸੱਚੇ ਪਾਤਸ਼ਾਹ, ਕੋਈ ਐਸੀ ਨਾ ਕੋਈ ਐਵੇਂ ਕੰਧ ਆ ਜਾਵੇ ਮੂਹਰੇ ਜਿਹੜੀ ਦਰਸ਼ਨ ਨਾ ਹੋਣ ਦਵੇ। ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ, ਉਹਨਾਂ ਦੇ ਸਦਕ ਉਹਨਾਂ ਦੇ ਨੇਚੇ ਦੇਖੋ। ਗੁਰੂ ਸਾਹਿਬ ਦੇ ਬਚਨਾਂ ਤੇ ਭਰੋਸਾ ਕਰਕੇ 7 ਬਚਨ ਕਹਿ ਕੇ ਭਾਈ ਕੂਰਮ ਜੀ ਆਹ ਧਰਤੀ ਤੇ ਆ ਗਏ ਜਿੱਥੇ ਅੱਜ ਆਪਾਂ ਮੱਥਾ ਟੇਕਣ ਆਏ ਆ। ਚਲੋ ਇੱਕ ਜੋਤ ਸੀ, ਜੋਤ ਉਹ ਜੁਗਤ ਸਾਇ ਸਹਕਾਇਆ ਫਿਰ ਪਲਟੀ ਹੈ, ਇਹ ਵੀ ਚਮਤਕਾਰ ਹੀ ਆ। ਮੈਂ ਤਾਂ ਇਹ ਪੜ੍ਹਦਾ ਰਿਹਾ ਬਈ ਦੁਨੀਆ 'ਚ ਜਿੰਨੇ ਪੀਰ ਪੈਗੰਬਰ ਆਏ ਉਹ ਵੀ ਚਲੋ ਚੰਗੇ ਸੀ ਆਪਣੇ ਥਾਂ, ਪਰ ਰੱਬ ਦੇ ਘਰ ਦੀਆਂ ਬਾਤਾਂ ਹੀ ਬੜੀਆਂ ਅਚਰਜਜਨਕ ਨੇ, ਕੋਈ ਦੁਬਾਰਾ ਨਹੀਂ ਆ ਸਕਿਆ। ਬਈ ਇੱਕ ਵਾਰੀ ਆਇਆ ਤੇ ਇੱਕ ਵਾਰੀ ਆ ਕੇ ਜੋ ਕਹਿਣਾ ਸੀ ਕਹਿ ਕੇ ਚਲਿਆ ਗਿਆ, ਤੇ ਇੱਥੇ ਤਾਂ ਸਰੀਰ ਬਦਲਦੇ ਰਹੇ, ਜੋਤ ਉਸੇ ਤਰ੍ਹਾਂ ਹੀ ਬਿਰਾਜਮਾਨ ਰਹੀ, ਤੇ 10 ਸਰੀਰਾਂ ਦੇ ਵਿੱਚ ਜੋਤ ਆਈ। ਕਿਉਂਕਿ ਪ੍ਰੋਗਰਾਮ ਬਹੁਤ ਵੱਡਾ ਸੀ। ਪ੍ਰੋਗਰਾਮ ਇਹ ਸੀ, ਗੁਰੂ ਸਾਹਿਬ ਦਾ ਪ੍ਰੋਗਰਾਮ ਪਤਾ ਕੀ ਸੀ? ਇਹ ਸੀ ਬਈ ਦੁਨੀਆ ਦੇ ਸਾਰੇ ਰੋਗਾਂ ਦਾ ਕਾਰਨ ਵਾਹਿਗੁਰੂ ਦਾ ਵਿਛੋੜਾ, ਸਾਰੇ ਰੋਗਾਂ ਦਾ ਕਾਰਨ, ਚਾਹੇ ਮਾਨਸਿਕ ਨੇ, ਸਰੀਰਕ ਨੇ, ਆਰਥਿਕ ਨੇ, ਸਮਾਜਿਕ ਨੇ, ਆ ਟੈਨਸ਼ਨਾਂ ਨੇ, ਡਿਪਰੈਸ਼ਨਾਂ ਨੇ, ਸਾਰੇ ਰੋਗਾਂ ਦਾ ਕਾਰਨ ਵਾਹਿਗੁਰੂ ਦਾ ਵਿਛੋੜਾ, ਤੇ ਸਾਰੇ ਰੋਗਾਂ ਦਾ ਇਲਾਜ ਵਾਹਿਗੁਰੂ ਦਾ ਮਿਲਾਪ ਹੈ। ਤੇ ਮਹਾਰਾਜ ਇਹ ਕਰਾਉਣਾ ਆਏ ਸੀ। ਇਸ ਕਰਕੇ ਮਹਾਰਾਜ ਨੂੰ ਬਹੁਤ ਵੱਡਾ ਉਪਰਾਲਾ ਕਰਨਾ ਪਿਆ, 10 ਰੂਪ ਧਾਰੇ। ਤੇ ਹੁਣ ਜੇ ਕਿਸੇ ਨੇ ਦਰਸ਼ਨ ਕਰਨੇ ਨੇ, 10 ਦੇ 10 ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਸਾਹਮਣੇ ਜਗ ਮਗ ਲੱਟ ਲੱਟ ਉਹ ਅਖੰਡ ਜੋਤ, ਉਹ ਵਾਹਿਗੁਰੂ ਦੀ ਜੋਤ ਜਗ ਰਹੀ ਹੈ, ਤੇ ਸਾਰੇ ਸੰਸਾਰ ਨੂੰ ਚਾਨਣ ਕੀਤਾ ਪਿਆ ਗੁਰੂ ਸਾਹਿਬ ਨੇ, ਸੱਚੇ ਪਾਤਸ਼ਾਹ ਨੇ। ਬਾਹਰਲੇ ਮੁਲਕਾਂ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੰਨਾ ਸਤਿਕਾਰ ਕਰ ਰਹੇ ਨੇ, ਉਹ ਕਹਿੰਦੇ ਜੀ ਇਹੋ ਗ੍ਰੰਥ ਨੇ ਪਵਿੱਤਰ ਗ੍ਰੰਥ, ਜਿਹੜੇ ਗ੍ਰੰਥ ਪੂਰੀ ਮਾਨਵਤਾ ਨੂੰ ਵਾਹਿਗੁਰੂ ਦਾ ਪਰਿਵਾਰ ਤਸਲੀਮ ਕਰਦੇ ਨੇ, ਪ੍ਰਚਾਰ ਕਰਦੇ ਨੇ। ਭਾਈ ਪੂਰੀ ਮਾਨਵਤਾ ਵਾਹਿਗੁਰੂ ਦਾ ਪਰਿਵਾਰ ਹੈ। अव्वल अल्लाह नूर पाया कुदरत के सब बंदे, एक नूर ते सब जग उपजा कौन भले को मंदे। संगत जी पूरा गुरु, पूरे गुरु ने बचन किए, सिख ने मान ले। गुरु साहब पोह दे महीने दसंबर के दिनों के इत्थे पहुंचे, दर्शन दिते महाराज ने, ये धरती नूं चरण पा के नवाजिया गुरु साहब ने। 7वें पातशाह गुरु हर राय जी महाराज ने, ते महाराज कहते भाई इत्थे बाग सी कहते भाई साडा सेवक कित्थे है? कहते जी वो तो समाधि लाई बैठा, समय का पता नहीं होंदा भी किन्ना क समा बीत गया। जिन्हां दी लिप जुड़ी होंदी है वो तो कई बारी वो जुग भी लंघ जाते ने।
ਉਹ ਤਾਂ ਸੁਰਤੀ ਨਹੀਂ, ਸਮਾਧੀ ਨਹੀਂ ਛੱਡਦੇ। ਸੋ ਸਮਾਧੀ 'ਚ ਬੈਠਾ ਵੀ ਸੱਚੇ ਪਾਤਸ਼ਾਹ ਕਰੋ ਕਿਰਪਾ, ਕਿਰਪਾ ਕਰੋਗੇ ਤਾਂ ਆਨੰਦ ਆਊਗਾ, ਤਾਂ ਮੇਰੇ ਮਨ ਦੀ ਅਭਿਲਾਸ਼ਾ ਪੂਰੀ ਹੋਊਗੀ। ਕਿਰਪਾ ਕਰੋ, ਅਰਦਾਸਾਂ ਹੋਈਆਂ, व्यर्थी कदे ना हो भाई। जन की अरदास खुदा मंजूर करता है। दुआ जब दिल से होती है, मुश्किल तो ये है कि बड़ी मुश्किल से होती है। जब जो बात दवा, जे दवा कहांगे दवाई बन जाती है, जो बात दवा से बन ना सकी, दवाइयां नाल गल नहीं बनी, वो बात दुआ से होती है। फिर अरदास करनी पैंदी है। सच्चे पातशाह हुण अरदासां ने, जो बात दवा से बन ना सकी वो बात दुआ से होती है। जब कामिल मुर्शिद मिलता है तो बात खुदा से होती है। पूरा प्रभ राध्या पूरा जाका लाओ, नानक पूरा पाया पूरे के गुण गाओ। ते महाराज प्रगट हो गए, महाराज ने दर्शन दिते, निहार हो गया दर्शन करके, प्यास बुझ गई। प्यास तो जन्मा जन्मा की होंगी है। हो आया दूरों चल के, मैं तकी तो सुनाए जियो, मैं आशा रखी चित में, मेरा सबो दुख गवाए जियो। फिरत फिरत प्रभ आया, परया तो सुनाए, नानकी पर बेनती अपनी भगती लाए। फिरत फिरत बहुते जुग हारियो, मानस दे लही, नानक कहत बिरद की बरिया सिमरत कहा नहीं। मेरा मन लोचा गुर दर्शन ताई, सामने काल पुरख परमात्मा सच्चे पातशाह दर्शन दे के निहाल कर रहे ने। कूर्म दर्शन करदा थकदा नहीं। वो कहता सच्चे पातशाह मेरे निमाणे ते किड्डी बड़ी कृपा की, मैनू दर्शन दिते। महाराज कहते भाई लिया अंब, वो आपदी वो जिहड़ी तेरे मन की भावना सी वो पूरी कर लै। लिया भाई वो साडी भेटा, साडी अमानत। अंब लिया भाई, कित्थे वो प्रसाद कित्थे आ? कहता जी अंबां दी किहड़ा सच्चे पातशाह रोता। ते गुरु साहब कहते भाई उपर तां देख, अंब थले बैठा सी। महाराज कहते उपर तां देख भाई, अंब तां कली कली टाहनी ते लटक रहे ने। संगत जी सत सत करके मनो, सत सत करके जानो, ये वैगुरू दा घर है। वैगुरू दे घरे कोई घाट नहीं, कोई तोड़ नहीं। इत्थे खजाने भरपूर ने। देखने वाली अख चाहिदी आ। वेखो साडे इतिहास दे विच किन्नियां मिसालां ने। जदों किसी ने ध्याया, जदों किसी ने अरदास की, जदों किसी ने याद किया, ते महाराज ने आके गल नाल ला लिया। गल नाल भी ਉਹ ਲਾਇਆ जिवें मां प्यो दे प्यार दा छाला जदों पैंदा ना, चुक के सामने खड़े बच्चे नूं गल नाल ला लैंदे ने, ऐ गल नाल ला लैंदे ने। जो सरने आवे तिस कंठ लावे, कंठ गल नूं कहंदे ने। जो सरने आवे तिस कंठ लावे। ये बिरद स्वामी संदा शक्ति खेड चमत्कार कौतक मेरे गुरु दा वरतिया, कौतके वरतिया। जदों उपर नूं झाकिया कली कली टहनी दे उत्ते अंब लटकदे ने। संगत जी अज भी दुनिया वेखे, अज भी अंब सब गुरुद्वारे जेड़े अंब खड़े ने, मेरे मालक दे बचन जुगो जुग टलने। कोई आके अखां दे नाल हुण भी वेख सकदा, क्योंकि बाणी प्रतख है। गुरु प्रगट रूप दे विच है। गुरु दे घरे खेडां ने। अज अंब साहब दी धरती दुनिया नूं एक सुनेहा दे रही है कि अकाल पुरख परमात्मा सारिਆਂ ਦਾ मालक है। अकाल पुरख परमात्मा आप दे नाल जुड़न वालियां नूं कोई घाट नहीं छड्डदा, टोटा सारियां खत्म करके खजाने भरपूर कर दिंदा है। जिवें आ साडी धरती ते महाराज ने अंबां दे बाग लह लह करदे संसार दीआं अखां सामने लियाते। अज भी अंब लगे हुंदे ने। जे किसी ने देखने ने देख सकदा है। ये है मेरे गुरु की शक्ति है, बाणी की शक्ति, अमर की शक्ति, महाराज के चरणों के जर्रियां की शक्ति। कली कली टहनी उत्ते गुरु साहब ने इन्हां नेत्रां दे नाल आपदे प्यारे सेवक भाई कूरम नूं अंब लटकदे किवें दिखाए। उस रब्बी कौतक दा वर्णन जिहड़ा इस धरती दे उत्ते अंब साहब की धरती ते वरता, जिथे अज मत्था टेकण आए आपां सारे महाराज के चरणों च हाजरियां भरन वास्ते आए हैं, बेनतियां करन वास्ते आए हैं। उस महान कौतक दा जिक्र ढाडी जत्था बड़े प्यार नाल जुड़ियां संगतां दे चरणों च इंज कर रहे।